देखो अज का राइटिंग का टास्क 2 है। Some people believe that air travel should be restricted because it causes serious pollution and uses up the world's fuel resources. To what extent do you agree or disagree? ਇਹਦੇ ਵਿੱਚ ਕਹਿੰਦੇ ਕਿ ਜਿਹੜਾ ਆਪਣਾ 에ਅਰ ਟਰੈਵਲ ਆ ਉਹਨੂੰ ਬੰਦ ਕਰ ਦੇਣਾ ਚਾਹੀਦਾ ਕਿਉਂਕਿ ਜਿਹੜਾ 에ਅਰ ਟਰੈਵਲ ਆ ਉਹਦੇ ਨਾਲ ਪੋਲਿਊਸ਼ਨ ਬਹੁਤ ਜ਼ਿਆਦਾ ਹੁੰਦਾ ਵਾ ਤੇ ਨਾਲ ਦੀ ਨਾਲ 에ਅਰ ਟਰੈਵਲ ਦੇ ਵਿੱਚ ਬਹੁਤ ਹੀ ਜ਼ਿਆਦਾ ਫਿਊਲ ਖਰਚਿਆ ਜਾਂਦਾ ਹੈ। ਠੀਕ ਆ, ਬਹੁਤ ਜ਼ਿਆਦਾ ਫਿਊਲ ਖਰਚਿਆ ਜਾਂਦਾ ਤੇ ਨਾਲ ਦੀ ਨਾਲ ਇਹਦੇ ਨਾਲ ਕੀ ਹੁੰਦਾ ਵਾ, ਪੋਲਿਊਸ਼ਨ ਬਹੁਤ ਜ਼ਿਆਦਾ ਹੁੰਦਾ। ਤੁਸੀਂ ਇਸ ਚੀਜ਼ ਦੇ ਨਾਲ ਕਿੰਨਾ ਕੁ ਐਗਰੀ ਕਰਦੇ ਹੋ ਜਾਂ ਡਿਸਐਗਰੀ ਕਰਦੇ ਹੋ? ਠੀਕ ਆ, ਹੁਣ ਇਹਦੇ ਵਿੱਚ ਆਪਾਂ ਕੀ ਕਰਾਂਗੇ, ਇਹਦੇ ਵਿੱਚ ਆਪਾਂ ਗ੍ਰੇਟਲੀ ਐਗਰੀ ਕਰਾਂਗੇ, ਗ੍ਰੇਟਲੀ ਐਗਰੀ ਕਰਾਂਗੇ ਵੀ ਹਾਂ ਕਾਫੀ ਹੱਦ ਤੱਕ ਇਸ ਚੀਜ਼ ਦੇ ਨਾਲ ਆਪਾਂ ਐਗਰੀ ਕਰਦੇ ਹਾਂ। ਕਿੱਦਾਂ ਐਗਰੀ ਕਰਦੇ ਹਾਂ, ਕੀ ਕਰਦੇ ਹਾਂ, ਹੁਣ ਸੁਣੋ ਜ਼ਰਾ। ਸਭ ਤੋਂ ਪਹਿਲੇ ਨੰਬਰ ਦੇ ਉੱਤੇ ਜਿਹੜੀ ਆਪਾਂ ਇੰਟਰੋਡਕਸ਼ਨ ਬਣਾਵਾਂਗੇ, ਇੰਟਰੋਡਕਸ਼ਨ ਦੇ ਵਿੱਚ ਆਪਾਂ ਕੀ ਚੀਜ਼ ਲਿਖਾਂਗੇ, ਇੰਟਰੋਡਕਸ਼ਨ ਦੇ ਵਿੱਚ ਆਪਾਂ ਚੀਜ਼ ਲਿਖਾਂਗੇ ਕਿ ਇਨ ਦਿਸ ਐਰਾ, ਠੀਕ ਆ, ਜਾਂ ਇਨ ਦਿਸ ਕੰਟੈਂਪਰਰੀ ਐਰਾ most of humans activities are devastating nature, air travel is one of them। ਠੀਕ ਆ ਵੀ ਅੱਜ ਦੇ ਇਸ ਆਧੁਨਿਕ ਯੁੱਗ ਦੇ ਵਿੱਚ ਮਨੁੱਖ ਦੀਆਂ ਕਾਫੀ ਸਾਰੀਆਂ ਐਸੀਆਂ ਐਕਟੀਵਿਟੀਜ਼ ਨੇ ਜਿਹੜੀਆਂ ਕਿ ਨੇਚਰ ਨੂੰ ਤਬਾਹ ਕਰਦੀਆਂ ਪਈਆਂ ਨੇ ਤੇ ਜਿਹੜੀ 에ਅਰ ਟਰੈਵਲ ਆ ਉਹਨਾਂ ਦੇ ਵਿੱਚੋਂ ਹੀ ਇੱਕ ਆ। ਠੀਕ ਆ, ਮੈਂ ਗ੍ਰੇਟਲੀ ਐਗਰੀ ਕਰਦਾ ਕਿ ਇਸ ਨੂੰ ਬੰਦ ਕਰ ਦੇਣਾ ਚਾਹੀਦਾ ਵਾ ਜਾਂ ਇਸ ਦਾ ਯੂਜ਼ ਪ੍ਰੋਹਿਬਿਟ ਕਰਨਾ ਚਾਹੀਦਾ ਵਾ, ਅਵੋਇਡ ਕਰਨਾ ਚਾਹੀਦਾ ਵਾ। ਹਾਊਐਵਰ ਆਈ ਆਲਸੋ ਬਿਲੀਵ, ਜਦ ਕਿ ਮੈਂ ਇਹ ਵੀ ਬਿਲੀਵ ਕਰਦਾ ਹਨਾ ਕਿ ਜਿਹੜਾ 에ਅਰ ਟਰੈਵਲ ਆ ਕਿਸੇ ਕਿਸੇ ਹੱਦ ਤੱਕ ਸਾਨੂੰ ਚਾਹੀਦਾ ਵੀ ਆ, ਇਟ ਇਜ਼ ਆਲਸੋ ਨੈਸੈਸਰੀ। ਹਾਊਐਵਰ ਆਈ ਆਲਸੋ ਬਿਲੀਵ ਇਟ ਇਜ਼ ਨੈਸੈਸਰੀ। ਹੁਣ ਇਹਦੇ ਵਿੱਚ ਦੇਖੋ ਆਪਾਂ, ਇਹ ਤਾਂ ਹੋ ਗਈ ਇੰਟਰੋਡਕਸ਼ਨ। ਹੁਣ ਬੋਡੀ ਪੈਰਾਗ੍ਰਾਫ ਦੇ ਵਿੱਚ ਕੀ ਲਿਖਾਂਗੇ ਉਹ ਸੁਣਦੇ ਹਾਂ ਜ਼ਰਾ। In the first body paragraph, we will discuss the agree point. In the second body paragraph, we will discuss disagree point. And after these both the body paragraphs, we will write or compile our result. ਜਿਹੜਾ ਪਹਿਲਾ body paragraph ਉਹਦੇ ਵਿੱਚ ਆਪਾਂ ਲਿਖਾਂਗੇ ਕੀ, ਸੁਣ ਲਿਓ ਜ਼ਰਾ। ਹੁਣ ਉਹਦੇ ਵਿੱਚ ਆਪਾਂ ਲਿਖਾਂਗੇ ਕਿ ਜਿਹੜਾ 에ਅਰ ਟਰੈਵਲ ਆ ਇਹਦੇ ਨਾਲ ਪੋਲਿਊਸ਼ਨ ਬਹੁਤ ਹੁੰਦਾ ਵਾ। ਠੀਕ ਆ ਨਾ, ਤੇ ਨਾਲ ਦੀ ਨਾਲ ਇਹਦੇ ਵਿੱਚ ਫਿਊਲ ਦੀ ਗੱਲ ਦੱਸ ਦੇਣੀ ਆ। ਹੁਣ ਸੁਣੋ, ਪਹਿਲਾਂ ਫਿਊਲ ਦੀ ਗੱਲ ਦੇਖ ਲਓ ਕੀ ਹੁੰਦੀ ਆ। ਤੁਹਾਨੂੰ ਇੱਕ ਜਨਰਲ ਨੌਲੇਜ ਦਿੰਦਾ। ਇੱਕ ਸਰਵੇ ਦੇ ਮੁਤਾਬਿਕ 50 to 60 ਬਿਲੀਅਨ ਲੀਟਰ, ਠੀਕ ਹੈ ਨਾ, 50 to 60 ਬਿਲੀਅਨ ਲੀਟਰ ਫਿਊਲ ਖਰਚਿਆ ਜਾਂਦਾ ਵਾ ਸਿਰਫ ਕਮਰਸ਼ੀਅਲ ਫਲਾਈਟਸ ਦੇ ਲਈ ਇਕੱਲੇ ਅਮਰੀਕਾ 'ਚ। ਠੀਕ ਹੈ ਨਾ, ਪੂਰੀ ਦੁਨੀਆ ਦੇ ਵਿੱਚ ਇੱਕ ਸਰਵੇ ਕੀਤਾ ਗਿਆ ਸੀਗਾ ਜਿਹਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਫਿਊਲ ਦੀ ਮਾਤਰਾ ਦੇਖੀ ਗਈ ਸੀ ਤੇ ਉਹਦੇ ਨਾਲ ਪਤਾ ਲੱਗਾ ਕਿ 57 ਸਾਲ ਤੱਕ ਮਨੁੱਖਤਾ ਧਰਤੀ ਦੇ ਫਿਊਲ ਦੇ ਨਾਲ ਜਿਉਂਦੀ ਰਹਿ ਸਕਦੀ ਆ। ਤੇ 3 ਸਾਲ ਬਾਅਦ ਫਿਰ ਉਹੀ ਸਰਵੇ ਕੀਤਾ ਗਿਆ ਤੇ 47 ਸਾਲ ਰਹਿ ਗਏ। ਸਿਰਫ 3 ਸਾਲਾਂ ਦੇ ਵਿੱਚ 10 ਸਾਲ ਦਾ ਫਰਕ ਪੈ ਗਿਆ। ਠੀਕ ਆ, ਤੇ ਇੰਨਾ ਫਰਕ ਪਿਆ ਵਾ 에ਅਰ ਟਰੈਵਲ ਦੇ ਕਰਕੇ। ਤੇ ਹੋਰ ਜਿਹੜੀਆਂ ਲੋਕਾਂ ਦੀਆਂ ਗੱਡੀਆਂ ਕਾਰਾਂ ਚੱਲਦੀਆਂ, ਬਟ ਸਭ ਤੋਂ ਵੱਧ ਫਰਕ ਪਿਆ 에ਅਰ ਟਰੈਵਲ ਦੇ ਕਰਕੇ। ਬਿਕੋਜ਼ ਹਰ ਟਾਈਮ ਹਵਾ ਦੇ ਵਿੱਚ 1300 ਤੋਂ ਲੈ ਕੇ 1500 ਤੱਕ ਹਵਾਈ ਜਹਾਜ਼ ਹੁੰਦੇ ਨੇ ਪੂਰੀ ਦੁਨੀਆ 'ਚ। 1300 ਤੋਂ 1500 ਤੱਕ ਹਵਾਈ ਜਹਾਜ਼ ਹਰ ਟਾਈਮ ਦੁਨੀਆ ਦੇ ਵਿੱਚ ਹਵਾ 'ਚ ਹੁੰਦੇ ਨੇ ਤੇ ਉਹ ਬਹੁਤ ਜ਼ਿਆਦਾ ਜਿਹੜਾ ਫਿਊਲ ਆ ਉਹ ਪੀਂਦੇ ਨੇ। ਠੀਕ ਹੈ ਨਾ, ਜਿਹਦੇ ਕਰਕੇ ਕਿ ਆਉਣ ਵਾਲੇ ਟਾਈਮ 'ਚ ਮਨੁੱਖ ਦੇ ਕੋਲ ਫਿਊਲ ਨਹੀਂ ਰਹਿਣਾ ਹੈਗਾ। ਇੱਕ ਸਭ ਤੋਂ ਬੜਾ ਰੀਜ਼ਨ ਆ ਤਾਂ ਜੋ ਇਹਨਾਂ ਦਾ ਸਾਨੂੰ ਅਵੋਇਡ ਕਰਨੀ ਚਾਹੀਦੀ ਹੈ ਯੂਜ਼ੇਜ। ਦੂਸਰੇ ਨੰਬਰ ਦੇ ਉੱਤੇ ਜਦੋਂ ਇੰਨਾ ਸਾਰਾ ਫਿਊਲ ਬਰਨ ਹੁੰਦਾ ਤੇ ਉਹ ਬਹੁਤ ਜ਼ਿਆਦਾ ਪੋਲਿਊਸ਼ਨ ਵੀ ਛੱਡਦਾ। ਇੱਕ ਗੱਲ ਉਹ ਸਭ ਤੋਂ ਮਾੜੀ ਕਰਦਾ ਕਿ ਉਹ ਜਿਹੜਾ ਪੋਲਿਊਸ਼ਨ ਛੱਡਦਾ ਉਹ ਉੱਪਰਲੀ ਹਵਾ ਦੇ ਵਿੱਚ ਛੱਡਦਾ ਤੇ ਉੱਪਰਲੀ ਹਵਾ ਦੇ ਵਿੱਚ ਪੋਲਿਊਸ਼ਨ ਛੱਡਣ ਦੇ ਨਾਲ ਸਿੱਧਾ ਇਫੈਕਟ ਉਹਦਾ ਓਜ਼ੋਨ ਲੇਅਰ ਦੇ ਵਿੱਚ ਜਾਂਦਾ ਤੇ ਧਰਤੀ ਦਾ ਜਿਹੜਾ ਆਸੇ ਪਾਸੇ ਦਾ ਵਾਤਾਵਰਨ ਆ ਸਾਰਾ ਉਹ ਖਰਾਬ ਹੁੰਦਾ, ਉਹ ਦੂਸ਼ਿਤ ਹੁੰਦਾ। ਠੀਕ ਆ, ਆਹ ਸਾਰੇ ਦੇ ਸਾਰੇ ਆ ਪੁਆਇੰਟ ਆਪਾਂ ਫਸਟ ਬੋਡੀ ਪੈਰਾਗ੍ਰਾਫ ਦੇ ਵਿੱਚ ਲਿਖ ਦੇਣੇ ਆ। ਐਂਡ ਦੇ ਵਿੱਚ ਇੱਕ ਛੋਟੀ ਜਿਹੀ ਗੱਲ ਕਹਿ ਦੇਣੀ ਹੈ ਕਿ ਵੀ ਇਸ ਕਰਕੇ ਸਾਨੂੰ ਇਸ ਦਾ ਜਿਹੜਾ ਪ੍ਰਯੋਗ ਆ ਉਹ ਸੀਮਿਤ ਕਰਨਾ ਚਾਹੀਦਾ ਜਾਂ ਖਤਮ ਕਰਨਾ ਚਾਹੀਦਾ। ਹੁਣ ਔਨ ਦਾ ਅਦਰ ਹੈਂਡ ਸਾਈਡ ਲੈ ਕੇ ਤੁਸੀਂ ਦੂਸਰਾ ਜਿਹੜਾ ਬੋਡੀ ਪੈਰਾਗ੍ਰਾਫ ਆ ਉਹ ਲਿਖੋਗੇ ਔਨ ਦਾ ਅਦਰ ਹੈਂਡ ਸਾਈਡ ਲੈ ਕੇ। ਹੁਣ ਉਸ ਬੋਡੀ ਪੈਰਾਗ੍ਰਾਫ ਦੇ ਵਿੱਚ ਤੁਸੀਂ ਕੀ ਚੀਜ਼ ਲਿਖੋਗੇ, ਉਹਦੇ ਵਿੱਚ ਤੁਸੀਂ ਕਹੋਗੇ ਕਿ ਜਿਹੜਾ 에ਅਰ ਟਰੈਵਲ ਆ ਇਹਨੂੰ ਪੂਰੀ ਤਰੀਕੇ ਨਾਲ ਨਕਾਰਿਆ ਨਹੀਂ ਜਾ ਸਕਦਾ ਹੈਗਾ, ਹੈ ਨਾ, ਇਹਨੂੰ ਪੂਰੀ ਤਰੀਕੇ ਨਾਲ ਅਵੋਇਡ ਨਹੀਂ ਕੀਤਾ ਜਾ ਸਕਦਾ ਹੈਗਾ। ਕਿਉਂ? ਬਿਕੋਜ਼ ਕਈ ਦੇਸ਼ ਇੰਨੀ ਦੂਰ ਨੇ ਇੱਕ ਦੂਜੇ ਤੋਂ
ਤੇ ਜੇ ਉਹਨਾਂ ਨੇ ਆਪਸ 'ਚ ਟ੍ਰੇਡ ਕਰਨਾ ਵਾ ਤਾਂ ਸਭ ਤੋਂ ਵਧੀਆ 에ਅਰਲਾਈਨਸ ਦੇ ਨਾਲ ਹੀ ਟ੍ਰੇਡ ਹੋਊਗਾ, ਬਿਕੋਜ਼ ਵਿਦਆਊਟ 에ਅਰਲਾਈਨ ਜਿੱਥੇ ਇੱਕ ਹਵਾਈ ਜਹਾਜ਼ ਜਾਣ ਨੂੰ 1 ਦਿਨ ਲੈਂਦਾ ਵਾ, ਉੱਥੇ ਇੱਕ ਸਮੁੰਦਰੀ ਜਹਾਜ਼ ਨਾਲ ਜਾਣ ਨੂੰ, ਬੋਟਾਂ ਕਿਸ਼ਤੀਆਂ ਦੇ ਨਾਲ ਜਾਣ ਨੂੰ 6-6 ਮਹੀਨੇ ਲੱਗਣਗੇ। ਠੀਕ ਆ। ਇੰਡੀਆ ਟੂ ਇੰਗਲੈਂਡ, ਠੀਕ ਆ, ਇੰਡੀਆ ਟੂ ਇੰਗਲੈਂਡ ਜਾਣ ਨੂੰ ਪਹਿਲਾਂ ਜਦ ਹਵਾਈ ਜਹਾਜ਼ ਨਹੀਂ ਹੁੰਦੇ ਸੀ 6-6 ਮਹੀਨੇ ਲੱਗਦੇ ਸੀਗੇ, ਹੁਣ ਇੰਗਲੈਂਡ ਜਾਣ ਦੇ ਲਈ ਕੁਝ ਕੁ ਘੰਟਿਆਂ ਦੀ ਫਲਾਈਟ ਹੁੰਦੀ ਆ ਬਸ। ਦੂਸਰੇ ਨੰਬਰ ਉੱਤੇ ਲੋਕਾਂ ਦੀ ਗਲੋਬਲਾਈਜੇਸ਼ਨ ਘਟ ਜੂਗੀ, ਜਿਹਦੇ ਨਾਲ ਕਿ ਮਨੁੱਖਤਾ ਦੀ ਜਿਹੜੀ ਐਡਵਾਂਸਮੈਂਟ ਉਹ 'ਤੇ ਸਿੱਧਾ ਅਸਰ ਪਊਗਾ। ਠੀਕ ਆ। ਤੀਸਰੇ ਨੰਬਰ ਦੇ ਉੱਤੇ ਜਦ ਕੋਈ ਆਫਤ ਆਉਂਦੀ ਆ, ਠੀਕ ਆ, ਮੰਨੋ ਇੱਕ ਕਿਸੇ ਕੰਟਰੀ ਦੇ ਵਿੱਚ ਕੋਈ ਨਾ ਕੋਈ ਪੈਂਡੇਮਿਕ ਆ ਜਾਂਦਾ ਜਾਂ ਆਊਟਬ੍ਰੇਕ ਹੋ ਜਾਂਦੀ ਆ, ਤਾਂ ਉਸ ਕੰਟਰੀ 'ਚੋਂ ਜਿਹੜੇ ਦੂਸਰੀ ਕੰਟਰੀ ਦੇ ਨੇਟਿਵ ਜਾਂ ਇਨਹਿਬੀਟੈਂਟਸ ਨੇ ਉਹ ਛੇਤੀ ਦੇਣੇ ਇਵੈਕੂਏਟ ਸਿਰਫ ਹਵਾਈ ਜਹਾਜ਼ਾਂ ਦੇ ਨਾਲ ਕਰ ਸਕਦੇ ਆ। ਤੀਸਰੇ ਨੰਬਰ ਦੇ ਉੱਤੇ ਕਈ ਹਸਪੀਟਲਸ ਹੁੰਦੇ ਨੇ ਜਿਹਦੇ ਵਿੱਚ ਐਸੀ ਫੈਸਿਲਿਟੀ ਹੁੰਦੀ ਆ ਕਿ ਜੇ ਕੋਈ ਪੇਸ਼ੈਂਟ ਨੂੰ ਜ਼ਿਆਦਾ ਜ਼ਰੂਰਤ ਆ ਛੇਤੀ ਤੋਂ ਛੇਤੀ ਕਿਸੇ ਵੱਡੇ ਹਸਪੀਟਲ 'ਚ ਜਾਣ ਲਈ, ਉਹਨਾਂ ਦੇ ਵਿੱਚ ਵੀ ਹੈਲੀਕਾਪਟਰਸ ਦੀ ਵਰਤੋਂ ਕੀਤੀ ਜਾਂਦੀ ਆ ਤੇ ਉਦੋਂ ਲੋਕਾਂ ਦੀ ਜ਼ਿੰਦਗੀ ਬਚਾਈ ਜਾਂਦੀ ਆ। ਸੋ ਇਹਨੂੰ ਪੂਰੀ ਤਰੀਕੇ ਨਾਲ ਨਹੀਂ ਰਿਸਟ੍ਰਿਕਟ ਕੀਤਾ ਜਾ ਸਕਦਾ ਹੈਗਾ, ਕੁਝ ਕੁ ਹੱਦ ਸਾਨੂੰ ਛੱਡਣੀ ਪੈਣੀ ਆ। ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਆਪਣਾ ਰਿਜ਼ਲਟ ਲਿਖੋਗੇ। ਹੁਣ ਰਿਜ਼ਲਟ ਦੇ ਵਿੱਚ ਤੁਸੀਂ ਲਿਖੋਗੇ ਵੀ ਇਹ ਕਲੀਅਰ ਹੁੰਦਾ ਵਾ, ਠੀਕ ਆ, ਜਾਂ ਇਨ ਕਨਕਲੂਜਨ ਕਹਿ ਦੋ ਸਿੱਧਾ, ਇਨ ਕਨਕਲੂਜਨ ਨਾ ਇਨ ਕਨਕਲੂਜਨ ਆਈ ਬਿਲੀਵ, ਇਨ ਕਨਕਲੂਜਨ ਆਈ ਬਿਲੀਵ, ਕਨਕਲੂਜਨ 'ਚ ਆਪਣਾ ਬਿਲੀਵ ਦੇ ਦਿਓ। ਇਨ ਕਨਕਲੂਜਨ ਆਈ ਬਿਲੀਵ that utilization of aeroplanes and helicopters should be restricted। ਤੇ ਨਾਲ ਦੀ ਨਾਲ ਇਹਦੇ ਵਿੱਚ ਕਹਿ ਦਿਓ ਕਿ ਕਮਰਸ਼ੀਅਲ ਫਲਾਈਟਸ, ਜਿਹੜੀਆਂ ਕਮਰਸ਼ੀਅਲ ਫਲਾਈਟਸ ਹੁੰਦੀਆਂ ਨੇ, ਠੀਕ ਆ ਨਾ, ਫਰੋਮ ਵਨ ਸਟੇਟ ਟੂ ਅਦਰ ਸਟੇਟ, ਜਿੱਦਾਂ ਪੰਜਾਬ ਤੋਂ ਲੈ ਕੇ ਹਰਿਆਣੇ, ਦਿੱਲੀ ਵਗੈਰਾ ਦੀ ਕਮਰਸ਼ੀਅਲ ਫਲਾਈਟਸ ਨੇ, ਉਹਨਾਂ ਨੂੰ ਸਟਾਪ ਕਰ ਦੇਣਾ ਚਾਹੀਦਾ ਵਾ। ਹਾਊਐਵਰ ਫਲਾਈਟਸ ਫਰੋਮ ਵਨ ਕੰਟਰੀ ਟੂ ਦੀ ਅਦਰ ਕੰਟਰੀ ਸ਼ੁੱਡ ਨਾਟ ਬੀ ਸਟਾਪ। ਇੱਕ ਕੰਟਰੀ ਤੋਂ ਦੂਜੀ ਕੰਟਰੀ ਦੀ ਫਲਾਈਟ ਨਹੀਂ ਖਤਮ ਕਰਨੀ ਚਾਹੀਦੀ, ਇੱਕ ਸਟੇਟ ਤੋਂ ਦੂਜੀ ਸਟੇਟ ਦੀ ਫਲਾਈਟ ਖਤਮ ਕਰ ਦੇਣੀ ਚਾਹੀਦੀ ਆ। ਇਸ ਤਰੀਕੇ ਦੇ ਨਾਲ ਬੜੇ ਵਧੀਆ ਆਪਣਾ ਪੋਲਿਊਸ਼ਨ ਵੀ ਕੰਟਰੋਲ ਹੋ ਸਕਦਾ ਤੇ ਜਿਹੜਾ ਸੇਵ ਹੋਊਗਾ ਉਹ ਲੈਦਾ ਹੋਊਗਾ ਸੇਵ ਆਪਣਾ ਪੈਟਰੋਲ ਤੇ ਡੀਜ਼ਲ ਜੋ ਵੀ ਉਹਦੇ ਵਿੱਚ ਵਰਤਿਆ ਜਾਂਦਾ। ਤੇ ਨਾਲ ਦੀ ਨਾਲ ਸਾਡੀਆਂ ਟ੍ਰੇਨਸ ਦੇ ਵਿੱਚ ਜਾਂ ਲੋਕੀ ਜਾਣਗੇ ਤਾਂ ਲੋਕਲ ਗਵਰਨਮੈਂਟਸ ਨੂੰ ਉਹਦੇ ਨਾਲ ਕਾਫੀ ਜ਼ਿਆਦਾ ਬੈਨੀਫਿਟ ਹੋਊਗਾ। ਇਹ ਸਾਡਾ ਸਾਰਾ ਸੀਗਾ ਟਾਸਕ 2।